ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ। 735 ਅੰਗ ਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਪਹੁੰਚੀ ਹੈ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰੀਏ ਜੀ। ਸੂਹੀ ਮਹੱਲਾ ਚੌਥਾ ਘਰ ਸਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਘਰ ਸਤਵਾਂ, ਸਤਵੇਂ ਘਰ ਸੁਰ ਤਾਲ ਵਿੱਚ ਪਾਵਨ ਸ਼ਬਦ ਗਾਇਨ ਕਰਨ ਦਾ ਹੁਕਮ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਰਦੇ ਹਨ। ਮੰਗਲਾਚਰਨ ਕਰਦੇ ਨੇ। ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਏ ਵਾਹਿਗੁਰੂ ਜੀ, ਤੁਹਾਡੇ ਕਿਹੜੇ ਕਿਹੜੇ ਗੁਣ ਉਹ ਮੈਂ ਕਹਿ ਕਹਿ ਕੇ ਗਾਵਾਂ। ਕਿਹੜਾ ਕਿਹੜਾ ਗੁਣ? ਇੱਕ ਗੁਣ ਹੋਵੇ ਤਾਂ ਮੈਂ ਉਸ ਦੀ ਗਿਣਤੀ ਮਿਣਤੀ ਕਰਾਂ। ਮਹਾਰਾਜ ਬੇਅੰਤ ਗੁਣਾਂ ਦੇ ਮਾਲਕ ਹੋ ਤੁਸੀਂ, ਬੇਅੰਤ। ਸ਼ਾਇਦ ਇਹ ਬੇਅੰਤ ਸ਼ਬਦ ਵੀ ਛੋਟਾ ਪੈ ਜਾਏ, ਮਜਬੂਰੀ ਹੈ, ਕਿਉਂਕਿ ਬੇਅੰਤ ਸ਼ਬਦ ਤੋਂ ਇਲਾਵਾ ਕੋਈ ਹੋਰ ਸ਼ਬਦ ਨਹੀਂ ਸੁਝਦਾ ਕਿ ਜਿਹੜਾ ਆਪ ਜੀ ਬਾਰੇ ਵਰਤ ਸਕੀਏ, ਕਹਿ ਸਕੀਏ। ਮਹਾਰਾਜ ਕਿਹੜੇ ਕਿਹੜੇ ਗੁਣ ਕਹੀਏ, ਕਿਹੜੇ ਕਿਹੜੇ ਗੁਣ ਤੁਹਾਡੇ ਕਹਿ ਕੇ ਗਾਵਾਂ। ਇੱਕ ਲਾਭ ਜ਼ਰੂਰ ਹੈ ਕਿ ਜਿਹੜੇ ਜਿਹੜੇ ਗੁਣ ਗਾਵਾਂਗੇ ਉਹ ਸਾਡੇ ਅੰਦਰ ਆਈ ਜ਼ਰੂਰ ਜਾਣਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਗੁਣਾਂ ਦਾ ਅੰਤ ਨਹੀਂ ਪੈਣਾ, ਪਰ ਜਿਹੜਾ ਗੁਣ ਉਸ ਵਾਹਿਗੁਰੂ ਦਾ ਕਹੋਗੇ ਉਹ ਤੁਹਾਡੇ ਅੰਦਰ ਆ ਜਾਏਗਾ। ਕਿਉਂਕਿ ਜੈਸਾ ਸੇਵੀਏ ਤੈਸਾ ਹੋ ਜਾਈਦਾ ਨਾ, ਜੈਸੇ ਨੂੰ ਸੇਵੋ ਤੈਸੇ ਹੋ ਜਾਈਦਾ ਹੈ। ਤੋ ਜਿਹੜਾ ਜਿਹੜਾ ਗੁਣ ਕਹਾਂਗੇ ਉਹ ਗੁਣ ਸਾਡੇ ਅੰਦਰ ਆ ਜਾਏਗਾ, ਪਰ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਹੈ। ਕਿਹੜੇ ਕਿਹੜੇ ਗੁਣ ਕਹੀਏ ਮਹਾਰਾਜ, ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਤੁਹਾਨੂੰ ਗਾਈਏ। ਤੁਸੀਂ ਸਾਹਿਬ ਹੋ, ਮਾਲਕ ਹੋ, ਗੁਣਾਂ ਦੇ ਖਜ਼ਾਨੇ ਹੋ। ਤੂੰ ਸਾਹਿਬ ਗੁਣੀ ਨਿਧਾਨਾ। ਤੁਸੀਂ ਸਾਹਿਬ ਹੋ, ਸਾਰੇ ਜਗਤ ਦੇ ਮਾਲਕ ਹੋ ਔਰ ਗੁਣਾਂ ਦੇ ਖਜ਼ਾਨੇ ਹੋ। ਮਹਾਰਾਜ ਤੁਹਾਡੇ ਵਿੱਚ ਕਿਤਨੇ ਗੁਣ ਨੇ, ਉਹਨਾਂ ਗੁਣਾਂ ਦਾ ਅੰਤ ਨਹੀਂ ਹੈ। ਬੇਅੰਤ ਗੁਣਾਂ ਦੇ ਮਾਲਕ ਹੋ। ਨਿਧਾਨ ਸ਼ਬਦ ਜਦੋਂ ਵਰਤਿਆ ਜਾਂਦਾ ਤੇ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਜਦੋਂ ਧੱਦੇ ਨਾਲ ਹੋਵੇ ਉਦੋਂ ਖਜ਼ਾਨਾ, ਤੇ ਜਦੋਂ ਦੱਦੇ ਨਾਲ ਹੋਵੇ ਨਿਧਾਨ। ਆਮ ਕਰਕੇ ਅਸੀਂ ਕਹਿ ਨਿਧਾਨ ਹੀ ਜਾਂਦੇ ਹਾਂ ਜੇ ਨਿਧਾਨ ਵੀ ਲਿਖਿਆ ਹੋਵੇ, ਪਰ ਅਰਥ ਵਿੱਚ ਜ਼ਮੀਨ ਅਸਮਾਨ ਦਾ ਅੰਤਰਾ ਹੈ, ਫਰਕ ਹੈ। ਨਿਧਾਨ ਦਾ ਅਰਥ ਹੁੰਦਾ ਅੰਤ ਤੇ ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਵੇਖੋ ਇੱਕ ਦੱਦੇ ਤੇ ਧੱਦੇ ਦੇ ਉਚਾਰਨ ਨਾਲ ਕਿੰਨਾ ਫਰਕ ਪੈ ਜਾਂਦਾ। ਇੱਥੇ ਨਿਧਾਨਾ ਸ਼ਬਦ ਵਰਤਿਆ ਯਾਨੀ ਕਿ ਖਜ਼ਾਨਾ। ਮਹਾਰਾਜ ਜੀ ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਤੁਹਾਡਾ ਕਿਹੜਾ ਕਿਹੜਾ ਗੁਣ ਕਹੀਏ ਤੇ ਕਿਹੜਾ ਕਿਹੜਾ ਗੁਣ ਕਹਿ ਕੇ ਤੁਹਾਨੂੰ ਗਾਇਨ ਕਰੀਏ।
ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮਹਾਰਾਜ ਜੀ ਤੁਹਾਡੀ ਮਹਿਮਾ ਵਰਣਨ ਨਹੀਂ ਹੋ ਸਕਦੀ, ਤੁਹਾਡੀ ਉਪਮਾ ਵਰਣਨ ਨਹੀਂ ਹੋ ਸਕਦੀ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮਹਾਰਾਜ ਤੁਹਾਡੀ ਮਹਿਮਾ ਵਰਣਨ ਵਿੱਚ ਨਹੀਂ ਆ ਸਕਦੀ ਸੰਪੂਰਨ ਰੂਪ ਵਿੱਚ, ਕਿਉਂਕਿ ਜੋ ਵਰਣਨ ਵਿੱਚ ਆ ਜਾਵੇ ਉਹ ਸਾਡੇ ਤੋਂ ਵੱਡਾ ਨਹੀਂ ਹੋ ਸਕਦਾ। ਜੋ ਵਰਣਨ ਵਿੱਚ ਹੀ ਆ ਗਿਆ ਫਿਰ ਉਹ ਤਾਂ ਸਾਡੇ ਦਿਮਾਗ ਦੇ ਦਾਇਰੇ ਦੇ ਅੰਦਰ ਆ ਗਿਆ, ਸਾਡੇ ਦਾਇਰੇ ਵਿੱਚ ਆ ਗਿਆ। ਵਾਹਿਗੁਰੂ ਜੀ ਤੁਹਾਡੀ ਮਹਿਮਾ ਵਰਣਨ ਹੀ ਨਹੀਂ ਹੋ ਸਕਦੀ। ਹੇ ਵਾਹਿਗੁਰੂ ਤੁਸੀਂ ਸਾਰੇ ਜਗਤ ਦੇ ਠਾਕੁਰ ਹੋ, ਮਾਲਕ ਹੋ, ਤ੍ਰੇ ਭਵਨ ਠਾਕੁਰ ਹੋ ਔਰ ਉੱਚੇ ਤੋਂ ਉੱਚੇ ਭਗਵਾਨ ਹੋ। ਊਚ ਭਗਵਾਨਾ, ਉੱਚੇ ਸਾਰਿਆਂ ਦੇ ਸਿਰਾਂ ਦੇ ਉੱਤੇ ਸਭ ਦੇ ਮਾਲਕ ਹੋ, ਸਾਰੇ ਜਗਤ ਦੇ, ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਮੈਂ ਹਰ ਹਰ ਨਾਮ ਧਰ ਸੋਈ, ਮੈਨੂੰ ਕੇਵਲ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਧਰ ਟੇਕ ਹੈ, ਆਸਰਾ ਹੈ। ਜੇ ਕੋਈ ਪੁੱਛੇ ਬਈ ਤੇਰੀ ਧਿਰ ਕਿਹੜੀ ਹੈ, ਤਾਂ ਮੈਂ ਕਹਾਂਗਾ ਮੇਰੀ ਧਿਰ ਮੇਰੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਇਹੀ ਧਿਰ ਹੈ ਮੇਰੀ। ਇਹਦੇ ਤੋਂ ਇਲਾਵਾ ਹੋਰ ਕੋਈ ਦੂਜੀ ਧਿਰ ਨਹੀਂ ਮੈਨੂੰ ਸੁਝਦੀ। ਮਹਾਰਾਜ ਆਪ ਜੀ ਦਾ ਪਵਿੱਤਰ ਅੰਮ੍ਰਿਤ ਨਾਮ ਹੀ ਮੇਰੇ ਲਈ ਧਿਰ ਹੈ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਜਿਵੇਂ ਤੁਹਾਨੂੰ ਭਾਵੇ ਤਿਵੇਂ ਮੇਰੇ ਸਾਹਿਬ ਜੀ ਕਿਰਪਾ ਕਰਕੇ ਰੱਖ ਲਓ। ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ, ਹੇ ਮੇਰੇ ਸਾਹਿਬ ਜੀ ਜਿਵੇਂ ਤੁਹਾਨੂੰ ਭਾਵੇ ਤਿਵੇਂ ਰੱਖ ਲਓ। ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਮੇਰਾ ਤੁਹਾਡੇ ਬਿਨਾ ਹੋਰ ਕੋਈ ਨਹੀਂ ਜਿਹਨੇ ਮੈਨੂੰ ਰੱਖਣਾ, ਹੋਰ ਕੋਈ ਰੱਖ ਵੀ ਨਹੀਂ ਸਕਦਾ। ਕਿਸੇ 'ਚ ਰੱਖਣ ਦੀ ਸਮਰੱਥਾ ਹੀ ਨਹੀਂ। ਮਹਾਰਾਜ ਕਿਰਪਾ ਕਰੋ, ਤੁਸੀਂ ਰੱਖਣ ਵਾਲਿਓ ਰੱਖ ਲਓ। ਜਿੱਡੇ ਵੱਡੇ ਗੁਨਾਹਗਾਰ, ਜਿੱਡੇ ਵੱਡੇ ਅਪਰਾਧੀ, ਜਿੰਨੇ ਵੱਡੇ ਪਾਪੀ ਅਸੀਂ ਹਾਂ, ਮਹਾਰਾਜ ਸਾਨੂੰ ਵੇਖ ਕੇ ਕਿਸੇ ਨੇ ਨਹੀਂ ਆਪਣੀ ਪਨਾਹ 'ਚ ਰੱਖਣਾ। ਤੁਹਾਡੇ ਬਿਨਾਂ ਰੱਖਣ ਵਾਲਾ ਕੋਈ ਨਹੀਂ, ਤੁਸੀਂ ਰੱਖ ਸਕਦੇ। ਵਾਹ ਪਿੰਡ ਦੇ ਰਹਿਣ ਵਾਲੇ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਸਾਹਿਬ ਰਾਏ ਚੌਧਰੀ ਨੁਸ਼ਹਿਰੇ ਦਾ ਰਹਿਣ ਵਾਲਾ, ਏਡਾ ਮਲੇਛ ਕਿ ਸਿੰਘਾਂ ਦੇ ਖੇਤਾਂ ਵਿੱਚ, ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਤੇ ਘੋੜੀਆਂ ਛੱਡ ਛੱਡਿਆ ਕਰੇ। ਸਿੱਖਾਂ ਕਹਿਣਾ ਚੌਧਰੀ ਜੀ ਤੁਸੀਂ ਇਲਾਕੇ ਦੇ ਚੌਧਰੀ ਹੋ, ਮੁਖੀਏ ਹੋ, ਇਹ ਘੋੜੇ ਘੋੜੀਆਂ ਸਾਡੀਆਂ ਫਸਲਾਂ ਉਜਾੜਦੇ ਨੇ, ਇਹਨਾਂ ਨੂੰ ਬੰਨ੍ਹ ਲਿਆ ਕਰੋ। ਅੱਗੋਂ ਮਲੇਛ ਬੋਲਿਆ, ਕਹਿਣ ਲੱਗਾ ਇਹਨਾਂ ਨੂੰ ਬੰਨਣ ਵਾਸਤੇ ਰੱਸੇ ਕੋਈ ਨਹੀਂ ਮੇਰੇ ਕੋਲ, ਤੁਹਾਡੇ ਸਿਰਾਂ ਦੇ ਮੁੱਲ ਪਵਾ ਕੇ ਕਟਾ ਕੇ ਜਿਹੜੇ ਤੁਹਾਡੇ ਕੇਸ ਨੇ ਉਹਨਾਂ ਦੇ ਰੱਸੇ ਵੱਟ ਕੇ ਇਹਨਾਂ ਦੇ ਪੈਰਾਂ ਨੂੰ ਪਾਵਾਂਗੇ। ਇਹ ਗੱਲ ਜਦੋਂ ਗੁਰੂ ਕੇ ਲਾਲਾ ਨੂੰ ਪਤਾ ਲੱਗੀ, ਦੋ ਸਿੰਘਾਂ ਨੇ ਇਹਦੇ ਘੋੜੇ ਉੱਥੋਂ ਘੋੜੀਆਂ ਜਿਹੜੀਆਂ ਸਾਨੂੰ ਲਈਆਂ, ਇਧਰ ਪਟਿਆਲੇ ਦੇ ਇਲਾਕੇ ਚ ਆ ਕੇ ਵੇਚ ਦਿੱਤੀਆਂ। ਵੇਚ ਕੇ ਜਿਹੜੀ ਉਹਦੀ ਮਾਇਆ ਸੀ ਉਹ ਬਾਬੇ ਤਾਰਾ ਸਿੰਘ ਡਲਵਾ ਪਿੰਡ ਵਾਲਿਆਂ ਦੇ ਲੰਗਰਾਂ ਚ ਪਾ ਦਿੱਤੀ ਤੇ ਨਾਲੇ ਦੱਸ ਦਿੱਤਾ ਵੀ ਬਾਬਾ ਜੀ ਆ ਗਏ ਹੁਣ ਤੁਹਾਡੀ ਸ਼ਰਨ ਚ, ਹੁਣ ਤੁਸੀਂ ਰੱਖਣਾ। ਕਹਿੰਦੇ ਤੁਹਾਡੀ ਵਾਹ ਵੱਲ ਨਹੀਂ ਕੋਈ ਵੇਖਦਾ ਜਦੋਂ ਤੱਕ ਮੈਂ ਜਿਉਣਾ। ਚੌਧਰੀ ਨੂੰ ਪਤਾ ਲੱਗਾ ਵੀ ਜਿਹਨਾਂ ਨੇ ਮੇਰੀਆਂ ਘੋੜੀਆਂ ਵੇਚੀਆਂ ਨੇ ਉਹ ਦੋ ਚੋਰ ਤਾਰਾ ਸਿੰਘ ਵਾਹ ਨੇ ਆਪਣੇ ਕੋਲ ਰੱਖੇ ਹੋਏ ਨੇ। ਹੁਣ ਸਰਕਾਰ ਦੇ ਬਾਗੀਆਂ ਨੂੰ ਆਪਣੇ ਕੋਲ ਪਨਾਹ ਦੇਣ ਦੀ ਸਮਰੱਥਾ ਕਿਸੇ 'ਚ ਨਹੀਂ,
ਗੁਰੂ ਕੇ ਸਿੰਘਾਂ ਦੇ ਕੋਲੇ ਤਾਣ ਸੀ ਰੱਖਣ ਦਾ। ਤਾਰਾ ਸਿੰਘ ਬਾਣ ਨੇ ਆਖਿਆ ਹਾਂ ਮੈਂ ਰੱਖੇ ਹੋਏ ਨੇ। ਕਹਿੰਦਾ ਇਹਨਾਂ ਨੂੰ ਮੇਰੇ ਹਵਾਲੇ ਕਰ ਦੇ। ਕਹਿਣ ਲੱਗੇ ਚੌਧਰੀ ਸਾਹਿਬ ਇਹ ਮੇਰੀ ਸ਼ਰਨ ਚ ਆ ਗਏ ਨੇ, ਮੈਂ ਆਪਣੇ ਗੁਰੂ ਦਾ ਸੇਵਕ ਹਾਂ। ਜਿਸ ਦੀ ਸ਼ਰਨ ਚ ਜਿਹੜਾ ਆ ਜਾਂਦਾ ਉਹਦੇ ਵਾਸਤੇ ਆਪਣਾ ਸੀਸ ਦੇ ਦਿੰਦੇ ਨੇ, ਪਰ ਉਹਨੂੰ ਆਪਣੀ ਸ਼ਰਨ ਚੋਂ ਤਿਆਗਦੇ ਨਹੀਂ। ਮੈਂ ਉਸ ਗੁਰੂ ਦਾ ਸੇਵਕ ਹਾਂ। ਤੇ ਜੇ ਤੈਂ ਇਹਨਾਂ ਨੂੰ ਲੈ ਕੇ ਜਾਣਾ ਤੇ ਜੇ ਤੇਰੇ ਕੋਲ ਫੌਜ ਹੈ, 2-2 ਸਿਰਾਂ ਵਾਲੇ ਬੰਦੇ ਹੋਣ, ਉਹ ਲੈ ਆਈ, ਕਿਉਂਕਿ ਇੱਕ ਸਿਰ ਵਾਲਿਆਂ ਦਾ ਸਿਰ ਤਾਂ ਮੈਂ ਰਹਿਣ ਨਹੀਂ ਦੇਣਾ। ਲਾਹੌਰ ਗਿਆ, ਤੱਕੀ ਬੇਗ ਵਰਗਿਆਂ ਨੂੰ ਲਿਆਇਆ ਨਾਲ ਚੜਾ ਕੇ, ਤੇ ਤਾਰਾ ਸਿੰਘ ਜੀ ਉਹ ਪਹਿਲਾਂ ਹੀ ਅੱਗੇ ਹੋ ਕੇ ਟੱਕਰ ਪਏ। ਬੜਾ ਗਹਿ ਗੱਚ ਜੰਗ ਹੋਇਆ, ਪਰ ਉਸ ਦੋਵੇਂ ਸਿੰਘ ਇਹਨਾਂ ਦੇ ਹਵਾਲੇ ਨਹੀਂ ਕੀਤੇ। ਇਹ ਮੈਂ ਗੁਰੂ ਕੇ ਲਾਲ ਦੀ ਬਾਤ ਤਾਂ ਸੁਣਾਈ ਹੈ ਕਿ ਸਤਿਗੁਰਾਂ ਦੇ ਸਿੱਖਾਂ ਵਿੱਚ ਵੀ ਇੰਨਾ ਤਾਣ ਹੈ। ਤੇ ਗੁਰੂ ਪਾਤਸ਼ਾਹ ਤਾਂ ਫਿਰ ਵੱਡੇ ਵੱਡੇ ਅਪਰਾਧੀਆਂ ਨੂੰ ਵੀ ਆਪਣੀ ਸ਼ਰਨ 'ਚ ਰੱਖ ਲੈਂਦੇ ਨੇ। ਉਹਨਾਂ ਤੋਂ ਬਿਨਾਂ ਸਿੱਖ ਨੂੰ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਕੋਈ ਆਸਰਾ ਹੀ ਨਹੀਂ ਹੈ। ਇੱਥੇ ਕਹਿ ਰਹੇ ਨੇ ਮਹਾਰਾਜ ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਮੈਨੂੰ ਤੁਹਾਡੇ ਬਿਨਾਂ ਕੋਈ ਹੋਰ ਨਹੀਂ ਸੁਝਦਾ, ਨਹੀਂ ਦਿਸਦਾ। ਤੱਕੀ ਬੇਗ ਦੇ ਮੂੰਹ ਵਿੱਚ ਬਾਬੇ ਤਾਰਾ ਸਿੰਘ ਨੇ ਤਲਵਾਰ ਦਾ ਪਿਪਲਾ ਮਾਰਿਆ, ਅਗਲਾ ਜਿਹੜਾ ਸਿਰਾ ਹੁੰਦਾ, ਮੂੰਹ ਲਹੂ ਲੁਹਾਨ ਤੇ ਪਿੱਛੇ ਮੁੜਿਆ ਜਾਵੇ। ਇੱਕ ਪਠਾਨ ਪੁੱਛਦਾ ਹੈ, ਕਹਿੰਦਾ ਪਠਾਨ ਸਾਹਿਬ ये पान का बीड़ा कहां से चबा के आ रहे हो? ਮੂੰਹ ਚੋਂ ਖੂਨ ਵਗਦਾ ਸੀ। ਉਹਨੇ ਪਿੱਚਰ ਕੀਤੀ, ਮਖੌਲ ਕੀਤਾ ਵੀ ਇਹ ਪਾਨ ਦਾ ਬੀੜਾ ਕਿੱਥੋਂ ਚੱਬ ਕੇ ਆ ਰਿਹਾ? ਉਹ ਕਹਿੰਦਾ ਤਾਰਾ ਸਿੰਘ ਵਾਂ ਪਿੰਡ ਵਾਲਾ ਵੰਡਦਾ, ਮੈਂ ਲੈ ਆਇਆ, ਤੂੰ ਵੀ ਲੈ ਆ ਜਾ ਕੇ। ਇਹ ਤਾਂ ਹੌਸਲੇ ਦੀ ਗੱਲ ਹੈ। ਮੈਂ ਹੌਸਲਾ ਕਰਕੇ ਗਿਆ ਸੀ, ਲੈ ਆਇਆ, ਤੂੰ ਵੀ ਹੌਸਲਾ ਕਰਕੇ ਤੂੰ ਵੀ ਲੈ ਆ। ਸਤਿਗੁਰੂ ਜੀ ਤੋਂ ਬਿਨਾਂ ਸਿੱਖ ਨੂੰ ਹੋਰ ਕੋਈ ਟੇਕ ਨਹੀਂ, ਕੋਈ ਕਿਲਾ ਨਹੀਂ ਸੀ ਕਿ ਜਿਸ ਕਿਲੇ ਦੇ ਵਿੱਚ ਆਕੀ ਹੋ ਕੇ ਵੈਰੀ ਦਾ ਮੁਕਾਬਲਾ ਕਰ ਸਕੀਏ। ਰੜੇ ਮੈਦਾਨ ਦੇ ਉੱਤੇ ਵੀ ਗੁਰੂ ਕੇ ਲਾਲਾ ਨੇ ਗੁਰੂ ਦੀ ਟੇਕ ਲੈ ਕੇ, ਗੁਰੂ ਦਾ ਆਸਰਾ ਲੈ ਕਰਕੇ ਜ਼ਾਲਮਾਂ ਨਾਲ, ਜਰਵਾਣਿਆਂ ਨਾਲ ਮੱਥਾ ਲਾਇਆ। ਸਿੱਖਾਂ ਨੂੰ ਆਪਣੇ ਗੁਰੂ ਦੀ ਟੇਕ ਹੈ, ਗੁਰੂ ਦਾ ਤਾਣ ਹੈ। ਮਹਾਰਾਜ ਸਾਨੂੰ ਤੁਹਾਡੇ ਬਿਨਾਂ ਕੋਈ ਦੂਜਾ ਨਹੀਂ ਦਿਸਦਾ। ਹਾਂਜੀ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੈ ਅਰਦਾਸ। ਮਹਾਰਾਜ ਮੇਰਾ ਤਾਣ, ਦੀਵਾਨ ਦਾ ਮਤਲਬ ਮੇਰਾ ਆਸਰਾ। ਮਹਾਰਾਜ ਜੀ ਉਹ ਤੁਸੀਂ ਹੋ, ਮੇਰਾ ਤਾਣ ਵੀ ਤੁਸੀਂ ਹੋ, ਮੇਰਾ ਆਸਰਾ ਵੀ ਤੁਸੀਂ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੇਰੇ ਸੁਆਮੀ ਜੀ ਤੁਸੀਂ ਮੇਰਾ ਤਾਣ ਤੇ ਦੀਵਾਨ, ਆਸਰਾ ਦੋਵੇਂ। ਮੈਂ ਤੁਧ ਆਗੈ ਅਰਦਾਸ। ਮਹਾਰਾਜ ਸਾਡੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ, ਤੁਹਾਡੇ ਹੀ ਚਰਨਾਂ ਵਿੱਚ ਸਾਡੀ ਅਰਜ਼ੋਈ ਹੈ। ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਮਹਾਰਾਜ ਮੈਨੂੰ ਹੋਰ ਕੋਈ ਥਾਂ ਨਹੀਂ ਜਿਹਦੇ ਕੋਲ ਜਾ ਕੇ ਮੈਂ ਬੇਨਤੀ ਕਰਾਂ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਮੇਰਾ ਦੁੱਖ ਮੇਰਾ ਸੁਖ ਮਹਾਰਾਜ ਤੁਹਾਡੇ ਕੋਲ ਹੀ ਹੈ। ਦੁੱਖ ਵੀ ਤੁਹਾਡੇ ਕੋਲ ਹੀ ਹੈ ਤੇ ਸੁਖ ਵੀ ਤੁਹਾਡੇ ਕੋਲ ਹੀ ਹੈ। ਮਹਾਰਾਜ ਤੁਹਾਡੇ ਬਿਨਾਂ ਮੈਨੂੰ ਕੋਈ ਤਾਣ ਨਹੀਂ, ਕੋਈ ਆਸਰਾ ਨਹੀਂ, ਕੋਈ ਟੇਕ ਨਹੀਂ। ਮੇਰੀ ਅਰਦਾਸ ਤੁਹਾਡੇ ਚਰਨਾਂ 'ਚ ਹੈ, ਤੁਹਾਡੇ ਬਿਨਾਂ ਕੋਈ ਨਹੀਂ। ਮੇਰਾ ਦੁੱਖ ਸੁਖ ਤੁਹਾਡੇ ਹੀ ਪਾਸ ਹੈ। ਵਿਚੇ ਧਰਤੀ ਵਿਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜਾ। ਕੋਈ ਹੋਰ ਥਾਂ ਹੀ ਨਹੀਂ ਜਿਹਦੇ ਕੋਲ ਜਾ ਕੇ ਬੇਨਤੀ ਕਰਾਂ
ਕਹਿੰਦੇ ਵੇਖੋ ਮੇਰੇ ਦਾਤੇ ਦੀ ਕੁਦਰਤ, ਧਰਤੀ ਦੇ ਵਿੱਚੇ ਪਾਣੀ ਹੈ ਤੇ ਧਰਤੀ ਪਾਣੀ ਦੇ ਵਿੱਚ ਹੈ। ਫਿਰ ਵਿੱਚ ਕਾਸਟ ਲੱਕੜੀ ਦੇ ਵਿੱਚ ਅਗਨੀ ਰੱਖੀ ਹੋਈ ਹੈ। ਧਰਤੀ ਪਾਣੀ ਵਿੱਚ ਰੱਖੀ ਹੋਈ ਹੈ ਪਰਮੇਸ਼ਰ ਨੇ, ਔਰ ਅੱਗ ਲੱਕੜੀ ਦੇ ਵਿੱਚ ਰੱਖੀ ਹੋਈ ਹੈ। ਹੁਣ ਅੱਗ ਲੱਕੜ 'ਚ ਰੱਖੀ ਹੋਈ ਹੈ ਤੇ ਅੱਗ ਤਾਂ ਸਾੜ ਕੇ ਸੁਆਹ ਕਰ ਦੇ ਲੱਕੜ ਨੂੰ, ਪਰ ਵੇਖੋ ਪਰਮੇਸ਼ਰ ਦੀ ਕੁਦਰਤ, ਉਹਨੇ ਲੱਕੜੀ ਵਿੱਚ ਅੱਗ ਰੱਖੀ ਹੋਈ ਹੈ ਤੇ ਧਰਤੀ ਪਾਣੀ 'ਚ ਰੱਖੀ। ਪਾਣੀ ਧਰਤੀ ਨਾਲੋਂ ਕਈ ਗੁਣਾ ਵੱਧ ਹੈ, ਪਰ ਵੇਖੋ ਮੇਰੇ ਵਿਧਾਤੇ ਦੀ ਖੇਡ, ਉਹਨੇ ਧਰਤੀ ਨੂੰ ਪਾਣੀ ਵਿੱਚ ਰੱਖਿਆ ਹੋਇਆ ਹੈ। ਬੱਕਰੀ ਸਿੰਘ ਇਕਤਾ ਥਾਂ ਰਾਖੇ, ਮਨ ਹਰ ਜਪ ਭ੍ਰਮ ਭਉ ਦੂਰ ਕੀਜੈ। ਕਹਿੰਦੇ ਵੇਖੋ ਬੱਕਰੀ ਤੇ ਸ਼ੇਰ ਦੋਨਾਂ ਨੂੰ ਇੱਕ ਥਾਂ ਤੇ ਰੱਖਿਆ ਤੇ ਡਰ ਪਾਇਆ ਸ਼ੇਰ ਦੇ ਮਨ 'ਚ। ਖਬਰਦਾਰ, ਜੇ ਤਾਂ ਬੱਕਰੀ ਵੱਲ ਆਪਣੀ ਨਿਗਾਹ ਕੌੜੀ ਕਰਕੇ ਵੀ ਵੇਖਿਆ, ਬੱਕਰੀ ਤੇ ਸ਼ੇਰ ਦੋਵੇਂ ਇੱਕ ਥਾਂ ਤੇ ਬੰਨ ਛੱਡੇ ਨੇ, ਔਰ ਸ਼ੇਰ ਦੇ ਮਨ 'ਚ ਭਉ ਪਾਇਆ ਹੋਇਆ, ਡਰ ਪਾਇਆ ਹੋਇਆ। ਬੱਕਰੀ ਧਰਤੀ ਹੈ, ਬੱਕਰੀ ਲੱਕੜੀ ਹੈ, ਔਰ ਸ਼ੇਰ ਪਾਣੀ ਤੇ ਅੱਗ ਹੈ। ਪਾਣੀ ਵਿੱਚ ਡਰ ਪਾਇਆ ਵੀ ਤੂੰ ਧਰਤੀ ਨੂੰ ਡੁਬੋ ਨਹੀਂ ਸਕਦਾ, ਅੱਗ ਦੇ ਵਿੱਚ ਆਪਣਾ ਡਰ ਪਾਇਆ ਹੋਇਆ ਵੀ ਤੂੰ ਲੱਕੜ ਨੂੰ ਸਾੜ ਨਹੀਂ ਸਕਦਾ। ਕਹਿੰਦੇ ਵੇਖੋ ਮੇਰੇ ਮਾਲਕ ਦੀ ਇਹ ਕੁਦਰਤ ਕਿ ਬੱਕਰੀ ਤੇ ਸਿਉਂ ਸ਼ੇਰ ਦੋਨਾਂ ਨੂੰ ਇੱਕ ਥਾਂ ਤੇ ਰੱਖਿਆ, ਪਰ ਉਹਦੇ 'ਚ ਡਰ ਪਾਇਆ ਹੋਇਆ ਸ਼ੇਰ ਦੇ ਹਿਰਦੇ 'ਚ। ਉਹ ਬੱਕਰੀ ਰੂਪ ਧਰਤੀ ਤੇ ਬੱਕਰੀ ਰੂਪ ਲੱਕੜੀ ਨੂੰ ਖਤਮ ਨਹੀਂ ਕਰ ਸਕਦਾ, ਪਾਣੀ ਤੇ ਅੱਗ। ਇਹ ਮੇਰਿਆ ਮਨਾ, ਐਸੇ ਰੱਬ ਨੂੰ ਸਿਮਰ ਕੇ ਤੂੰ ਵੀ ਆਪਣਾ ਡਰ ਦੂਰ ਕਰ ਦੇ, ਆਪਣੇ ਭਰਮ ਦੂਰ ਕਰ। ਜਿਹੜਾ ਰੱਬ ਐਸਾ ਹੈ ਕਿ ਧਰਤੀ ਨਿਡਰ ਹੈ, ਲੱਕੜੀ ਵੀ ਨਿਡਰ ਹੈ, ਕਿਉਂਕਿ ਉਹਨੂੰ ਪਤਾ ਵੀ ਅੱਗ ਦੇ ਵਿੱਚ ਤੇ ਪਾਣੀ 'ਚ ਪਰਮੇਸ਼ਰ ਨੇ ਆਪਣਾ ਭਉ ਪੈਦਾ ਕੀਤਾ ਹੋਇਆ। ਹੇ ਮੇਰਿਆ ਬਨਾ, ਤੂੰ ਉਸ ਰੱਬ ਨੂੰ ਸਿਮਰ, ਉਸ ਦੀ ਆਰਾਧਨਾ ਕਰ, ਉਸ ਨੂੰ ਜਪ ਤੇ ਆਪਣੇ ਹਿਰਦੇ ਦਾ ਭਰਮ ਤੇ ਡਰ ਦੂਰ ਕਰ ਲੈ। ਆਪਣੇ ਹਿਰਦੇ ਦਾ ਡਰ ਵੀ ਤੇ ਭਰਮ ਵੀ ਦੂਰ ਕਰ ਲੈ। ਇਹ ਪਰਮੇਸ਼ਰ ਦਾ ਖੌਫ, ਅਕਾਲ ਪੁਰਖ ਦਾ ਭਉ ਤੈਂ ਆਪਣੇ ਹਿਰਦੇ ਵਿੱਚ ਧਾਰਨ ਕਰ। ਪੀਰ ਬੁੱਢਣ ਸ਼ਾਹ ਜੀ ਦੇ ਬਾਬਤ ਕੀਰਤਪੁਰ ਸਾਹਿਬ ਵਿਖੇ ਇਹ ਪ੍ਰਸੰਗ ਪ੍ਰਗਟ ਕਿ ਉਹਨਾਂ ਦੀਆਂ ਬੱਕਰੀਆਂ ਨੂੰ ਚਾਰਨ ਲਈ ਸ਼ੇਰ ਜਾਂਦਾ ਹੈ। ਕਦੇ ਐਸਾ ਨਹੀਂ ਹੋਇਆ, ਪਰ ਉਹਨਾਂ ਅੰਦਰ ਵੀ ਨਿਰਭਉ ਦੀ ਬਿਰਤੀ, ਨਿਡਰਤਾ ਦੀ ਬਿਰਤੀ ਪਾਈ ਹੋਈ ਤੇ ਸ਼ੇਰ ਅੰਦਰ ਭਉ ਪੈਦਾ ਕੀਤਾ ਹੋਇਆ ਕਿ ਇੱਕ ਦੂਜੇ ਪ੍ਰਤੀ ਵੈਰ ਭਾਵ ਹੀ ਨਹੀਂ ਰਿਹਾ, ਦੁਸ਼ਮਣੀ ਦਾ ਭਾਵ ਹੀ ਨਹੀਂ ਰਿਹਾ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੇ, ਵਿਧਾਤੇ ਨੇ ਇਹ ਖੌਫ ਜਿਹੜਾ ਪਾਣੀ ਤੇ ਅਗਨੀ 'ਚ ਪੈਦਾ ਕੀਤਾ ਹੋਇਆ, ਜੇ ਤੂੰ ਉਹਦਾ ਜਾਪ ਜਪੇ ਤੇ ਤੇਰੇ ਸਾਰੇ ਡਰ ਦੂਰ ਹੋ ਜਾਣ। ਉਹਨੂੰ ਜਪ ਕੇ ਸਾਰੇ ਭਰਮ ਦੂਰ ਹੋ ਜਾਂਦੇ ਨੇ, ਡਰ ਦੂਰ ਹੋ ਜਾਂਦੇ ਹਨ। ਹਰ ਕੀ ਵਡਿਆਈ ਦੇਖੋ ਹੋ ਸੰਤ ਹੋ, ਹਰ ਨਿਮਾਣਿਆ ਮਾਣ ਦੇਵਾਏ। ਉਸ ਹਰੀ ਦੀ ਵਡਿਆਈ ਵੇਖੋ, ਇਹ ਸੰਤ ਜਨੋ ਵੇਖੋ ਉਹਦੀ ਵਡਿਆਈ ਕੈਸੀ ਹੈ। ਉਹ ਹਰੀ ਐਸਾ ਜਿਹੜਾ ਨਿਮਾਣਿਆਂ ਨੂੰ ਮਾਣ ਦਿਵਾਉਂਦਾ ਹੈ। ਧਰਤੀ ਨਿਮਾਣੀ, ਲੱਕੜੀ ਨਿਮਾਣੀ ਅੱਗ ਦੇ ਸਾਹਮਣੇ ਪਰਮੇਸ਼ਰ ਕੈਸਾ ਦਿਆਲੂ ਹੈ ਜਿਹੜਾ ਨਿਮਾਣਿਆਂ ਨੂੰ ਮਾਣ ਦਿਵਾਉਂਦਾ। ਜਿਹੜੇ ਨਿਮਾਣੇ ਬਣ ਕੇ ਆ ਜਾਂਦੇ ਆ ਸਤਿਗੁਰਾਂ ਦੀ ਸ਼ਰਨ 'ਚ, ਉਹਨਾਂ ਦਾ ਮਾਣ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ।
ਇਹੀ ਮੇਰੇ ਹਰੀ ਦੀ ਵਡਿਆਈ ਹੈ ਕਿ ਉਹ ਨੀਚਾਂ ਨੂੰ ਊਚ ਕਰਦਿਆਂ ਦੇਰੀ ਨਹੀਂ ਲਾਉਂਦਾ, ਨਿਮਾਣਿਆਂ ਨੂੰ ਮਾਣ ਦਿੰਦਿਆਂ ਦੇਰੀ ਨਹੀਂ ਲਾਉਂਦਾ। ਉਹ ਨਿਮਾਣਿਆਂ ਦਾ ਮਾਣ ਕਰਾਉਣ ਵਾਲਾ ਹੈ। ਜਿਉ ਧਰਤੀ ਚਰਨ ਤਲੇ ਤੇ ਊਪਰ ਆਵੈ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਜਿਵੇਂ ਜ਼ਮੀਨ ਧਰਤੀ ਪੈਰਾਂ ਦੇ ਥੱਲੇ ਆ, ਪਰ ਮਿੱਟੀ ਉੱਡ ਕੇ ਫਿਰ ਉੱਪਰ ਨੂੰ ਆਉਂਦੀ ਹੈ ਨਾ, ਸਿਰ ਤੱਕ ਸਭ ਤੋਂ ਥੱਲੇ ਹੁੰਦੀ ਪੈਰਾਂ ਥੱਲੇ, ਪਰ ਉੱਡ ਕੇ ਆਉਂਦੀ ਕਿੱਥੇ ਆ? ਉੱਪਰ ਸਿਰ ਤੱਕ। ਸਿਰ ਦੇ ਉੱਤੇ ਆ ਜਾਂਦੀ, ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਉੱਤੇ ਆ ਜਾਂਦੀ ਹੈ। ਤਿਉਂ ਇਸੇ ਤਰ੍ਹਾਂ ਨਾਨਕ ਸਾਧ ਜਨਾ, ਜਿਹੜੇ ਰੱਬ ਦੇ ਪਿਆਰੇ ਸਾਧੂ ਜਨ ਹਨ, ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਸਾਰੇ ਜਗਤ ਨੂੰ ਉਹਨਾਂ ਦੇ ਪੈਰੀ ਲਿਆ ਕੇ ਪਾ ਦਿੰਦਾ, ਚਰਨੀ ਲਿਆ ਕੇ ਪਾ ਦਿੰਦਾ, ਕਿਉਂਕਿ ਰੱਬ ਦੇ ਪਿਆਰੇ ਵੀ ਧਰਤੀ ਵਾਂਗੂ ਨੀਵੇਂ ਨਿਮਰਤਾ ਸਹਿਤ ਹਲੀਮੀ ਸਹਿਤ ਰਹਿਣ ਵਾਲੇ, ਔਰ ਸਾਰਾ ਜਗਤ ਉਹਨਾਂ ਦੇ ਚਰਣੀ ਵਾਹਿਗੁਰੂ ਪਰਮੇਸ਼ਰ ਲਿਆ ਕੇ ਪਾ ਦਿੰਦਾ ਹੈ। ਸੁਹੀ ਮਹੱਲਾ ਚੌਥਾ। ਤੂੰ ਕਰਤਾ ਸਭ ਕਿਛ ਆਪੇ ਜਾਣ ਹੈ, ਕਿਆ ਤੁਧ ਪਹਿ ਆਖ ਸੁਣਾਈਐ। ਏ ਵਾਹਿਗੁਰੂ, ਤੂੰ ਕਰਤਾ ਸਾਰੇ ਜਗਤ ਦਾ, ਸਭ ਕੁਝ ਆਪ ਜਾਣਦਾ ਹੈ। ਕਿਆ ਤੁਧ ਪਹਿ ਆਖ ਸੁਣਾਈਐ। ਮਹਾਰਾਜ, ਤੁਹਾਡੇ ਕੋਲ ਕੀ ਆਖ ਕੇ ਸੁਣਾਈਏ, ਕੀ ਬੇਨਤੀ ਕਰੀਏ। ਮਹਾਰਾਜ ਦਇਆਨੰਦ ਸੁਆਮੀ ਜੀ ਆਪ ਜੀ ਅੱਗੇ ਕੀ ਮਹਾਰਾਜ ਜੀ ਕਹੀਏ ਤੇ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ, ਆਖੀਏ ਤੇ ਤਾਂ ਜੇ ਪਤਾ ਨਾ ਹੋਵੇ। ਮਹਾਰਾਜ ਜੀ ਤੁਸੀਂ ਸਭ ਕੁਝ ਜਾਣਦੇ ਹੋ, ਸਾਰੇ ਜਗਤ ਦੇ ਕਰਤਾ ਹੋ, ਤੁਹਾਡੇ ਕੋਲ ਕੀ ਆਖ ਕੇ ਸੁਣਾਈਏ। ਜੇ ਹੁਣ ਕੋਈ ਸਵਾਲ ਕਰੇ, ਜੇ ਆਖ ਕੇ ਸੁਣਾਉਣ ਦਾ ਮਤਲਬ ਹੀ ਨਹੀਂ ਹੈ ਤੇ ਫਿਰ ਕਿਉਂ ਅਰਦਾਸ ਕੀਤੀ ਜਾਂਦੀ ਹੈ। ਹੁਣ ਕਿਹੜੀ ਮਾਂ ਨੂੰ ਨਹੀਂ ਪਤਾ ਵੀ ਮੇਰੇ ਪੁੱਤ ਨੂੰ 2-3 ਘੰਟੇ 4 ਘੰਟੇ ਹੋ ਗਏ ਨੇ, ਮੈਂ ਇਹਨੂੰ ਦੁੱਧ ਨਹੀਂ ਪਿਲਾਇਆ, ਤੇ ਉਸ ਮਾਂ ਦੇ ਅੰਦਰ ਉਹਨੂੰ ਪਤਾ ਤਾਂ ਹੁੰਦਾ ਵੀ ਪਿਲਾਉਣਾ, ਪਰ ਬੱਚਾ ਫਿਰ ਵੀ ਰੋਂਦਾ ਹੈ, ਉਹ ਫਿਰ ਵੀ ਰੋਂਦਾ, ਤੇ ਜਦੋਂ ਰੋਂਦਾ ਤੇ ਫਿਰ ਮਾਂ ਦਾ ਮਨ ਇੱਕਦਮ ਪਤੀਜ ਪੈਂਦਾ। ਸਾਹਿਬ ਨੂੰ ਪਤਾ ਸਾਨੂੰ ਕੀ ਚਾਹੀਦਾ, ਪਰ ਜਦੋਂ ਅਰਦਾਸ ਕਰਦੇ ਆ ਫਿਰ ਸਾਹਿਬ ਜੀ ਪਤੀਜ ਪੈਂਦੇ ਆ, ਰੀਝ ਪੈਂਦੇ ਆ, ਪ੍ਰਸੰਨ ਹੋ ਜਾਂਦੇ ਆ। ਵਾਸਤਵਿਕ ਰੂਪ ਵਿੱਚ ਕਹਿਣ ਦੀ ਵੀ ਲੋੜ ਨਹੀਂ ਹੈ। ਕੀ ਆਖੀਏ ਮਹਾਰਾਜ, ਆਖੀਏ ਤੇ ਤਾਂ ਜੇ ਤੁਹਾਨੂੰ ਪਤਾ ਨਾ ਹੋਵੇ। ਬੁਰਾ ਭਲਾ ਤੁਧ ਸਭ ਕਿਛ ਸੂਝੈ, ਜਿਹਾ ਕੋ ਕਰੇ ਤੇਹਾ ਕੋ ਪਾਈਐ। ਕਿਹੜਾ ਬੁਰਾ ਕਿਹੜਾ ਭਲਾ ਸਭ ਦੇ ਅੰਦਰ ਦੀ ਤੁਸੀਂ ਜਾਣਨ ਵਾਲੇ ਬੁੱਝਣ ਵਾਲੇ, ਤੇ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਹਨੂੰ ਤੈਸਾ ਹੀ ਫਲ ਪ੍ਰਾਪਤ ਹੁੰਦਾ, ਕਿਉਂਕਿ ਤੁਸੀਂ ਜਾਣਦੇ ਹੋ ਕਿਹੜਾ ਬੁਰਾ ਤੇ ਕਿਹੜਾ ਭਲਾ ਹੈ। ਰਹਾਉ ਸਾਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣ ਹੈ। ਇਹ ਮੇਰੇ ਸਾਹਿਬ ਜੀ ਤੁਸੀਂ ਮੇਰੇ ਅੰਦਰ ਦੀ ਵਿਦ ਜਾਣਨ ਵਾਲੇ, ਜਾਣਦੇ ਹੋ ਮੇਰੇ ਅੰਦਰ ਦੀ ਵੇਦਨ ਕੀ ਹੈ, ਮੈਂ ਅੰਦਰ ਕੀ ਸੋਚਦਾ, ਮੇਰੇ ਹਿਰਦੇ 'ਚ ਕੀ ਫੁਰਨਾ, ਕੀ ਸੰਕਲਪ ਹੈ। ਹੇ ਮੇਰੇ ਸਾਹਿਬ ਜੀ ਉਹ ਤੁਸੀਂ ਜਾਣਦੇ ਹੋ। ਬੁਰਾ ਭਲਾ ਤੁਧ ਸਭ ਕਿਛ ਸੂਝੈ, ਤੁਧ ਭਾਵੈ ਤਿਵੇਂ ਬੁਲਾਵ ਹੈ। ਮਹਾਰਾਜ ਬੁਰਾ ਭਲਾ ਸਭ ਕੁਝ ਤੁਹਾਡੇ ਤੋਂ ਹੀ ਸੁਝਦਾ ਹੈ। ਕੌਣ ਬੁਰਾ ਕੌਣ ਭਲਾ ਭਲਾ, ਇਹ ਮਹਾਰਾਜ ਤੁਹਾਡੇ ਤੋਂ ਹੀ ਸੁਝਦਾ ਹੈ। ਤੁਹਾਨੂੰ ਜਿਹੜਾ ਪਾਉਂਦਾ ਉਹਦੇ ਕੋਲੋਂ ਤੁਸੀਂ ਆਪਣਾ ਨਾਮ ਬੁਲਾ ਲੈਂਦੇ ਹੋ, ਭਾਵੇਂ ਉਹ ਬੁਰਾ ਹੋਵੇ ਤੇ ਭਾਵੇਂ ਭਲਾ ਹੋਵੇ। ਕਈ ਵਾਰੀ ਭਲਿਆਂ ਕੋਲੋਂ ਵੀ ਵਾਹਿਗੁਰੂ ਨਹੀਂ ਕਹਾਉਂਦੇ, ਕਈ ਵਾਰ ਜਿਹੜੇ ਬਹੁਤ ਬੁਰੇ ਹੁੰਦੇ ਆ ਉਹਨਾਂ ਕੋਲੋਂ ਵੀ ਕਹਾ ਲੈਂਦੇ ਹੋ। ਇਹ ਤਾਂ ਤੁਹਾਨੂੰ ਪਾਉਣ ਦੀ ਬਾਤ ਹੈ। ਰੱਜ ਕੇ ਨਾਸਤਕ ਬੰਦੇ ਵੀ ਕਈ ਵਾਰੀ ਕਹਿ ਉੱਠਦੇ ਨੇ ਰੱਬਾ, ਉਹ ਵੀ ਕਹਿ ਉੱਠਦੇ। ਇਸ ਕਰਕੇ ਵਾਹਿਗੁਰੂ ਜਿਹੜਾ ਤੁਹਾਨੂੰ ਪਾਉਂਦਾ
ਤਿਨਾਂ ਕੋਲੋਂ ਹੀ ਤੁਸੀਂ ਆਪਣਾ ਨਾਮ ਬੁਲਾਉਂਦੇ ਹੋ, ਜਪਾਉਂਦੇ ਹੋ। ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਪਾਤਸ਼ਾਹ ਕਹਿੰਦੇ ਆ ਜਿਹੜੀ ਕਾਇਆ ਨਾ, ਇਹਦੇ ਤੋਂ ਇਲਾਵਾ ਬਾਕੀ ਜਿਤਨੇ ਵੀ ਸਰੀਰ ਨੇ ਇਹ ਸਭ ਪਰਮੇਸ਼ਰ ਦੀ ਮਾਇਆ ਨੇ, ਮੋਹ ਨੇ ਪੈਦਾ ਕੀਤੇ ਹੋਏ ਨੇ। ਇੱਕ ਆ ਮਨੁੱਖੀ ਕਾਇਆ ਹੈ ਜਿਹਦੇ ਵਿੱਚ ਪਰਮੇਸ਼ਰ ਦੀ ਭਗਤੀ ਕੀਤੀ ਜਾ ਸਕਦੀ ਹੈ, ਹੋਰ ਕਿਸੇ ਕਾਇਆ ਵਿੱਚ ਨਹੀਂ। ਵਿੱਚ ਦੇਹੀ ਮਾਨੁਖ ਭਗਤ ਕਰਾਈ, ਮਾਨੁਖ ਦੇਹੀ ਵਿੱਚ ਹੀ ਤੁਸੀਂ ਆਪਣੀ ਭਗਤੀ ਕਰਾਈ ਹੈ, ਹੋਰ ਕਿਸੇ ਦੇਹ ਵਿੱਚ ਨਹੀਂ। ਬਾਕੀ ਸਾਰੇ ਸਰੀਰ ਮਾਇਆ ਦੇ ਮੋਹ ਵਿੱਚ ਗਰਸੇ ਹੋਏ, ਮਾਇਆ ਦੇ ਗੁਲਾਮ ਨੇ। ਬਸ ਇੱਕ ਮਨੁੱਖੀ ਸਰੀਰ ਐਸਾ ਹੈ ਜਿਹੜਾ ਪੈਦਾ ਭਾਵੇਂ ਮਾਇਆ ਕਰਕੇ ਹੋਇਆ, ਪਰ ਇਹਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਿਹਾ ਜਾ ਸਕਦਾ। ਕੋਈ ਪਸ਼ੂ ਨਹੀਂ ਮਾਇਆ ਤੋਂ ਨਿਰਲੇਪ ਰਹਿ ਸਕਦਾ, ਪਰ ਮਨੁੱਖ ਨੂੰ ਮਹਾਰਾਜ ਜੀ ਨੇ ਇਹ ਦਾਤ ਦਿੱਤੀ ਹੈ ਕਿ ਇਹਦੇ 'ਚ ਰਹਿ ਕੇ ਪਰਮੇਸ਼ਰ ਦੀ ਭਗਤੀ ਕੀਤੀ ਜਾ ਸਕਦੀ ਹੈ ਔਰ ਮਾਇਆ ਤੋਂ ਸੁਤੰਤਰ ਰਿਹਾ ਜਾ ਸਕਦਾ ਹੈ। ਇਕ ਨਾ ਸਤਿਗੁਰ ਮੇਲ ਸੁਖ ਦੇਵ ਹੈ, ਇਕ ਮਨ ਮੁਖ ਧੰਦ ਪਿਟਾਈ। ਇੱਕ ਨਾ ਨੂੰ ਸਤਿਗੁਰੂ ਜੀ ਆਪਣੇ ਨਾਲ ਮੇਲ ਕੇ ਆਤਮਿਕ ਸੁਖ ਬਖਸ਼ ਦਿੰਦੇ ਹਨ, ਔਰ ਇੱਕ ਉਹ ਵੀ ਨੇ ਜਿਹੜੇ ਮਨ ਮੁਖ ਮਨ ਪਿੱਛੇ ਚੱਲਣ ਵਾਲੇ ਧੰਦੇ ਪਿੱਟਦੇ ਜ਼ਿੰਦਗੀ ਬਤੀਤ ਕਰ ਦਿੰਦੇ ਆ। ਇੱਕ ਨਾ ਨੂੰ ਸਤਿਗੁਰੂ ਜੀ ਮੇਲ ਕੇ ਸੁਖ ਬਖਸ਼ਦੇ ਨੇ, ਇੱਕ ਮਨ ਮੁਖ ਮਨ ਪਿੱਛੇ ਚੱਲ ਕੇ ਧੰਦੇ ਪਿੱਟਦੇ ਹਨ। ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਸਿਰ ਲਿਖਿਆ ਲੇਖ। ਮਹਾਰਾਜ ਸਭ ਕੁਝ ਤੁਹਾਡਾ, ਤੁਸੀਂ ਸਾਰਿਆਂ ਦੇ ਹੋ ਮੇਰੇ ਕਰਤਾ ਪੁਰਖ ਜੀ। ਤੁਸੀਂ ਹੀ ਸੰਸਾਰ ਦੇ ਸਮਸਤ ਜੀਵਾਂ ਦੇ ਮੱਥੇ ਤੇ ਲੇਖ ਪਾਏ ਹਨ। ਤੁਧ ਸਭਨਾ ਸਿਰ ਲਿਖਿਆ ਲੇਖ, ਸਾਰਿਆਂ ਦੇ ਸਿਰਾਂ ਦੇ ਉੱਤੇ ਮਹਾਰਾਜ ਤੁਹਾਡਾ ਲੇਖਾ ਪਾਇਆ ਹੋਇਆ। ਜਿਹੀ ਤੂੰ ਨਦਰ ਕਰਹਿ ਤਿਹਾ ਕੋ ਹੋਵੈ, ਬਿਨ ਨਦਰੀ ਨਾਹੀ ਕੋ ਭੇਖ। ਪਾਤਸ਼ਾਹ ਕਹਿੰਦੇ ਜਿਨ੍ਹਾਂ ਤੇ ਤੁਸੀਂ ਨਦਰ ਕਰਦੇ ਹੋ ਉਹ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ, ਤੁਹਾਡੀ ਨਜ਼ਰ ਨਾਲ ਤੁਹਾਡੇ ਵਰਗਾ ਹੀ ਹੋ ਜਾਂਦਾ ਹੈ। ਤੇ ਜੇ ਤੁਹਾਡੀ ਨਜ਼ਰ ਹੀ ਨਹੀਂ ਤੇ ਜਿੱਦਾਂ ਦਾ ਮਰਜ਼ੀ ਕੋਈ ਭੇਖ ਕਰੀ ਫਿਰੇ, ਉਹ ਭੇਖ ਪ੍ਰਵਾਨ ਨਹੀਂ। ਬਿਨ ਨਦਰੀ ਨਾਹੀ ਕੋ ਭੇਖ, ਤੁਹਾਡੀ ਨਜ਼ਰ ਤੋਂ ਬਿਨਾਂ ਕੋਈ ਭੇਖ ਨਹੀਂ ਸਫਲ। ਤੇਰੀ ਵਡਿਆਈ ਤੂੰ ਹੈ ਜਾਣ ਹੈ, ਸਭ ਤੁਧਨੋ ਨਿਤ ਧਿਆਏ। ਮਹਾਰਾਜ ਤੁਹਾਡੀ ਵਡਿਆਈ ਤੁਸੀਂ ਜਾਣਦੇ ਹੋ, ਸਭ ਨਿਤ ਤੁਹਾਨੂੰ ਹੀ ਧਿਆਉਂਦੇ, ਤੁਹਾਨੂੰ ਹੀ ਆਰਾਧਦੇ ਹਨ। ਜਿਸਨੋ ਤੁਧ ਭਾਵੈ ਤਿਸਨੋ ਤੂੰ ਮਿਲ ਹੈ, ਜਨ ਨਾਨਕ ਸੋ ਥਾਏ ਪਾਏ। ਜਿਨ੍ਹਾਂ ਨੂੰ ਮਹਾਰਾਜ ਜੀ ਤੁਸੀਂ ਆਪਣੇ ਨਾਲ ਮੇਲਦੇ ਹੋ ਉਹੀ ਤੁਹਾਨੂੰ ਮਿਲਦੇ ਨੇ, ਉਹਨਾਂ ਨੂੰ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤੁਹਾਡੇ ਸਰੂਪ ਵਿੱਚ ਤੁਹਾਡੇ ਚਰਨਾਂ 'ਚ ਥਾਂ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਏ ਪਵੇ ਗੁਰੂ ਕੀ ਬਾਣੀ। ਅਗਾਧ ਬੋਧ ਹੈ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।